ਹੈਲੋ एवरीवन। सो ਅੱਜ ਅਸੀਂ ਕਰਨ ਜਾ ਰਹੇ ਹਾਂ ਆਪਣੀ ਟਰਮਸ ਜੋ ਕਿ ਇੰਪੋਰਟੈਂਟ ਨੇ ਆਪਣੇ ਵਰਕਸ ਨੂੰ ਸਮਝਣ ਦੇ ਲਈ। ਸੋ there are some terms I'm going to discuss with you. The first one is pastoral poems. So as you can see, pastoral means something is related to the landscape, something is related to the countryside, something is related to the ਨੈਚੁਰਲ ਥੀਮਸ। ਸੋ ਨੈਚੁਰਲ ਥੀਮਸ ਤੋਂ ਤੁਹਾਨੂੰ ਯਾਦ ਆ ਰਿਹਾ ਹੋਣਾ ਕਿ ਵਰਡਸਵਰਥ ਜਿਹੜੇ ਸੀਗੇ ਆਪਣੇ ਜਿਹੜੇ ਰੋਮੈਂਟਿਕ ਐਰਾ ਦੇ ਪੋਇਟਸ ਸੀਗੇ ਉਹ ਪੈਸਟਰਲ ਥੀਮਸ ਨੂੰ ਬਹੁਤ ਯੂਜ਼ ਕਰਦੇ ਸੀ, ਰਾਈਟ। ਸੋ ਪੈਸਟਰਲ ਥੀਮ ਇਜ਼ ਇਹਨੂੰ ਸਿਰਫ ਤੁਸੀਂ ਟਰਮਸ ਯਾਦ ਰੱਖਣੀ ਕਿ ਪੈਸਟਰਲ ਮਤਲਬ ਨੈਚੁਰਲ ਥੀਮ, ਪੈਸਟਰਲ ਮਤਲਬ ਰੂਰਲ ਲਾਈਫ, ਪੈਸਟਰਲ ਮਤਲਬ ਕੰਟਰੀ ਸਾਈਡ ਲੈਂਡਸਕੇਪ, ਠੀਕ ਹੈ, ਇਹ ਸਭ ਕੁਝ। ਅੱਛਾ, ਇਹਨੂੰ ਜਿਹੜਾ ਹੈ ਫੇਮਸ ਕਿਹਨੇ ਕੀਤਾ ਸੀ, ਪੋਪੂਲਰਾਈਜ਼ ਕਿਹਨੇ ਕੀਤਾ ਸੀ, ਵਰਜਿਲ ਨੇ। ਹੁਣ ਤੁਹਾਡਾ ਕੰਮ ਹੈ ਕਿ ਇਹਨੂੰ ਸਟਾਰਟ ਕਿਹਨੇ ਕੀਤਾ ਸੀ, ਇਹ ਟਰਮ ਕਿਹਨੇ ਦਿੱਤੀ ਹੈ, ਇਹ ਪਤਾ ਕਰਨਾ। ਓਕੇ, ਸੋ ਸ਼ੈਫਰਡ ਕੈਲੰਡਰ ਜਿਹੜਾ ਹੈ ਆਪਣਾ, ਜਿਹਦੇ ਵਿੱਚ ਕੈਲੰਡਰ ਮਤਲਬ 12 ਮਹੀਨੇ ਬਾਰੇ ਸਪੈਂਸਰ ਨੇ ਇਲੈਬੋਰੇਟ ਕੀਤਾ ਹੋਇਆ ਹੈ, ਉਹ ਇੱਕ ਪੈਸਟਰਲ ਪੋਇਮ ਹੈ। ਨੈਕਸਟ ਇਜ਼ ਇਕੋਲੌਗਸ। ਨਾਓ ਵਾਟ ਇਜ਼ ਦ ਮੀਨਿੰਗ ਆਫ ਇਕੋਲੌਗ ਇਨ ਪੈਸਟਰਲ ਪੋਇਮ? ਜਿਹੜੀ ਸ਼ਾਰਟ ਪੈਸਟਰਲ ਪੋਇਮ ਹੁੰਦੀ ਹੈ ਉਹਨੂੰ ਆਪਾਂ ਇਕੋਲੌਗ ਕਹਿੰਦੇ ਹਾਂ, ਠੀਕ ਹੈ। ਔਰ ਇਹ ਇਨ ਫਾਰਮ ਆਫ ਮੈਡੀਟੇਸ਼ਨ ਵੀ ਹੋ ਸਕਦੀ ਹੈ, ਕਨਵਰਸੇਸ਼ਨ ਵੀ ਹੋ ਸਕਦੀ ਹੈ। ਇਹਦੇ ਵਿੱਚ ਮਤਲਬ ਤੁਹਾਨੂੰ ਗੱਲਬਾਤ ਦਿਖੇਗੀ ਔਰ ਕੁਛ ਇੱਦਾਂ ਦੇ ਤੱਤ ਦਿਖਣਗੇ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਸਮਥਿੰਗ ਯੂ ਕੈਨ ਸੇ ਹਰਮਨਸ, ਹੈ ਨਾ। ਕੁਛ ਇਸ ਤਰ੍ਹਾਂ ਦਾ ਹੋਏਗਾ ਕਿ ਜਿਵੇਂ ਸਾਧੂ ਸੰਤ ਗੱਲ ਕਰਦੇ ਨਾ ਕਿ ਮੈਂ ਆਪਾਂ ਇਸ ਪ੍ਰਕਿਰਤੀ ਦੇ ਵਿੱਚ ਖੋ ਜਾਣਾ ਹੈ ਨਾ, ਆਤਮਾ ਪਰਮਾਤਮਾ ਦੀਆਂ ਸਪਿਰਿਚੁਅਲ ਗੱਲਾਂ ਜਿਹੜੀਆਂ ਕਰਦੇ ਨੇ, ਦੈਟ ਇਜ਼ ਕਾਲਡ ਮੈਡੀਟੇਸ਼ਨ। ਨੈਕਸਟ ਇਜ਼ ਐਲੀਗੀ ਯੂ ਨੋ ਕਿ ਇਹ ਡੈਥ ਦੇ ਵਿੱਚ ਹੁੰਦੀ ਹੈ, ਕਿ ਡੈਥ ਦੀ ਥੀਮ ਦੇ ਉੱਤੇ ਹੁੰਦੀ ਹੈ, ਠੀਕ ਹੈ, ਕਿਸੇ ਦੀ ਡੈਥ ਹੋਈ ਹੈ, ਠੀਕ ਹੈ। ਉਹਦੇ ਵਿੱਚ ਕੀ ਹੈ, ਜਿਵੇਂ ਥੋਮਸ ਗਰੇ ਦੇ ਵਰਕ ਨੇ, ਆਪਣੇ ਕੀਟਸ ਦੇ ਵਰਕ ਨੇ, ਐਲੀਗੀ ਔਰ ਸ਼ੈਲੀ ਨੇ ਲਿਖਿਆ ਹੈ, ਠੀਕ ਹੈ, ਇਸ ਤਰ੍ਹਾਂ। ਸੋ ਇਹਦਾ ਕੀ ਹੁੰਦਾ ਹੈ ਕਿ ਆਪਟੀਮਿਸਟਿਕ ਐਂਡ ਹੁੰਦਾ ਹੈ। ਮਤਲਬ ਇਹ ਨਹੀਂ ਕਿ ਆਪਟੀਮਿਸਟਿਕ ਐਂਡ ਦਾ ਮਤਲਬ ਹੈ ਕਿ ਪੋਜ਼ੀਟਿਵ ਨੋਟ ਦੇ ਉੱਤੇ ਖਤਮ ਹੁੰਦੀ ਹੈ ਕਿ ਚਲੋ ਜੋ ਵੀ ਹੋਇਆ ਠੀਕ ਹੋਇਆ, ਪਰ ਹੁਣ ਜੋ ਅੱਗੇ ਹੋਏਗਾ ਉਹ ਚੰਗਾ ਹੀ ਹੋਏਗਾ, ਇਸ ਤਰ੍ਹਾਂ ਕਰਕੇ। ਹੁਣ ਪੈਸਟਰਲ ਐਲੀਗੀ ਦਾ ਮਤਲਬ ਹੈ ਕਿ ਇਸ ਦੇ ਵਿੱਚ ਪੈਸਟਰਲ ਮਤਲਬ ਕਿ ਰੂਰਲ ਲਾਈਫ ਔਰ ਕੰਟਰੀ ਸਾਈਡ ਦੀ ਪਿਕਚਰਸ ਹੋਏਗੀ, ਐਲੀਗੀ ਮਤਲਬ ਡੈਥ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਮਤਲਬ ਕਿਸੇ ਨੂੰ ਇਨਵੋਕ ਕੀਤਾ ਜਾਂਦਾ ਹੈ, ਇਨਵੋਕੇਸ਼ਨ ਟੂ ਦਾ ਮਿਊਜ਼ ਮਤਲਬ ਗੋਡ ਨੂੰ ਇਨਵੋਕ ਕੀਤਾ ਜਾਂਦਾ ਹੈ, ਜਿਵੇਂ ਕਿ ਓ ਗੋਡ ਲਾਈਕ ਦੈਟ। ਐਂਡ ਫਿਲੋਸੋਫੀਕਲ ਗੱਲਾਂ ਹੁੰਦੀਆਂ ਨੇ, ਬਹੁਤ ਹੀ ਧਰਮ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ। ਔਰ ਇਹਦੇ ਵਿੱਚ ਕੈਰੈਕਟਰਸ ਜਿਹੜੇ ਨੇ ਮਿਥੋਲੋਜੀਕਲ ਹੋ ਸਕਦੇ ਨੇ। ਡੈਡ ਪਰਸਨ ਹੁੰਦਾ ਹੈ ਉਹਨੂੰ ਹਮੇਸ਼ਾ ਹੀ ਸ਼ੈਫਰਡ ਦਿਖਾਇਆ ਜਾਂਦਾ ਹੈ। ਤੁਸੀਂ ਇਹ ਬਹੁਤ ਇੰਪੋਰਟੈਂਟ ਗੱਲ ਯਾਦ ਰੱਖਣੀ ਹੈ ਕਿ ਪੈਸਟਰਲ ਐਲੋਗੀ ਦੇ ਵਿੱਚ ਜਿਹੜਾ ਪਰਸਨ ਹੈ ਉਹਨੂੰ ਡੈਡ ਦਿਖਾਇਆ ਜਾਂਦਾ ਹੈ, ਪਰ ਉਹ ਕੈਰੈਕਟਰ ਹਮੇਸ਼ਾ ਸ਼ੈਫਰਡ ਹੀ ਹੋਏਗਾ, ਠੀਕ ਹੈ ਨਾ। ਹੁਣ ਇਹਦਾ ਐਗਜ਼ਾਮਪਲ ਹੈ ਐਡੋਨੀਸ, ਲਿਸਿਡੀਸ, ਥਾਇਰਸਿਸ। ਤੋਂ ਬਾਅਦ ਬੈਲਡ ਹੁੰਦਾ ਹੈ ਕਿ ਇਹਦੇ ਵਿੱਚ ਬਹੁਤ ਹੀ ਗ੍ਰੈਂਡ ਥੀਮ ਹੋਏਗੀ ਸਮਥਿੰਗ, ਹੈ ਨਾ। ਔਰ ਔਰਲ ਹੀ ਗੱਲਾਂ ਜਿਹੜੀਆਂ ਆਪਾਂ ਮੰਨ ਲਓ ਕਹਾਣੀ ਹੈ ਕੋਈ ਆਪਣੇ ਵੀਰ ਯੋਧੇ ਦੀ, ਉਹਨੂੰ ਆਪਾਂ ਇੱਕ ਜਨਰੇਸ਼ਨ ਤੋਂ ਦੂਜੇ ਜਨਰੇਸ਼ਨ ਦੇ ਵਿੱਚ ਪਾਸ ਕਰਦੇ ਹਾਂ, ਦੈਟ ਇਜ਼ ਕਾਲਡ ਬੈਲਡ। ਇਟ ਮੀਨਸ ਇਟ ਇਜ਼ ਔਰਲ, ਠੀਕ ਹੈ, ਜੋ ਕਿ ਪਾਸ ਹੋ ਰਹੀਆਂ ਨੇ। ਔਰ ਇਹਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਨੇ ਸਪੋਜ਼ ਕਰ ਲਓ ਕਿ ਮੈਂ ਜਸਟ ਐਗਜ਼ਾਮਪਲ ਦੇ ਰਹੀ ਹਾਂ, ਇਟ ਇਜ਼ ਨਾਟ ਰਿਲੇਟਿਡ ਵਿਦ ਦਾ ਐਨੀਥਿੰਗ, ਕਿ ਜਿਵੇਂ ਆਪਾਂ ਕਹਿ ਦਈਏ ਕਿ ਸੁੰਦਰ ਮੁੰਦਰੀ ਦੇ ਵਿੱਚ ਜਿਹੜਾ ਇੱਕ ਕੈਰੈਕਟਰ ਹੈ ਦੁਲਾ ਭੱਟੀ ਵਾਲਾ, ਸੋ ਉਹ ਕੀ ਹੈ, ਆਪਾਂ ਓਰਲ ਜਨਰੇਸ਼ਨ ਤੋਂ ਹੀ ਪਾਸ ਕਰ ਰਹੇ ਹਾਂ, ਉਹਨੂੰ ਗਾ ਕੇ ਰਿਦਮ ਦੇ ਵਿੱਚ ਪਾਸ ਕਰ ਰਹੇ ਹਾਂ। ਔਰ ਇੱਕ ਇਵੈਂਟ ਡਰਾਮੈਟਿਕ ਦਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਹਨੇ ਇੱਕ ਕੁੜੀ ਦੀ ਲਾਜ ਬਚਾਈ ਸੀ, ਇਸ ਤਰ੍ਹਾਂ ਕਰਕੇ ਉਹ ਬੈਲਡ ਹੈ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਹੈ ਡਰਾਮੈਟਿਕ ਮੋਨੋਲੋਗ ਦਾ ਮਤਲਬ ਮੋਨੋਲੋਗ ਮਤਲਬ ਸਿੰਗਲ, ਮੋਨੋ ਮਤਲਬ ਸਿੰਗਲ, ਡਰਾਮਾ ਮਤਲਬ ਡਰਾਮਾ ਹੋ ਰਿਹਾ ਹੈ, ਠੀਕ ਹੈ ਨਾ। ਸੋ ਡਰਾਮੈਟਿਕ ਮੋਡਲ ਮਤਲਬ ਸਿੰਗਲ ਬੰਦਾ ਆਪਣਾ ਡਰਾਮਾ ਦਿਖਾ ਰਿਹਾ ਹੈ, ਠੀਕ ਹੈ ਨਾ। ਸੋ ਰੋਬਰਟ ਬਰਾਊਨ ਨੇ ਇਹਦੇ ਵਿੱਚ ਬਹੁਤ ਆਪਣਾ ਇੱਕ ਪ੍ਰੋ ਸੀ ਉਹਦੇ ਵਿੱਚ, ਇਹ 19th ਸੈਂਚੁਰੀ ਦੇ ਵਿੱਚ ਸ਼ੁਰੂ ਹੋਇਆ। ਔਰ ਇਹਦੇ ਵਿੱਚ ਐਕਸ਼ਨਸ ਹੁੰਦੇ ਨੇ, ਕੁਛ ਡਰਾਮਾ ਹੋ ਰਿਹਾ ਹੈ ਜਿਹਦੇ ਸਿੰਗਲ ਪਰਸਨ ਹੀ ਬੋਲ ਰਿਹਾ ਹੈ, ਜੋ ਕਿ ਆਪਣਾ ਇੱਕ ਕੋਈ ਬੰਦਾ ਮੰਨ ਲਓ ਖੜਾ ਹੈ ਉਹਦੇ ਸਾਹਮਣੇ, ਉਹਨੂੰ ਆਪਣੀ ਕਹਾਣੀਆਂ ਦੱਸ ਰਿਹਾ ਹੈ। ਇਹਦਾ ਐਗਜ਼ਾਮਪਲ ਬਹੁਤ ਅੱਛਾ ਹੈ, ਮਾਈ ਲਾਸਟ ਟੱਚਸ, ਠੀਕ ਹੈ। ਆਪਾਂ ਆਪਣੇ BA ਦੇ ਸਿਲੇਬਸ ਦੇ ਵਿੱਚ ਇਹਨੂੰ ਪੜ੍ਹਦੇ ਵੀ ਹਾਂ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਹੈ ਲਾਈਮਰਾਈਕ ਦਾ ਮਤਲਬ ਹੈ ਕਿ ਸ਼ਾਰਟ ਹਿਊਮਰਸ ਇੱਕ ਕੰਸਾਈਜ਼ ਪੋਇਮ ਹੁੰਦੀ ਹੈ, ਸ਼ਾਰਟ ਹੁੰਦੀ ਹੈ, ਕੰਸਾਈਜ਼ ਹੁੰਦੀ ਹੈ ਔਰ 5 ਲਾਈਨ ਦੀ ਪੋਇਮ ਹੁੰਦੀ ਹੈ। ਇਹਦੇ ਹੀ ਉਲਟ ਹਾਈਕੂ ਜਿਹੜੀ ਹੈ ਉਹ 3 ਲਾਈਨ ਦੀ ਪੋਇਮ ਹੁੰਦੀ ਹੈ, ਠੀਕ ਹੈ। ਔਰ
ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੀ ਹਾਈਕੂ ਹੈ ਉਹ ਜਾਪਾਨ ਤੋਂ ਲਈ ਗਈ ਹੈ। 5 ਸਿਲੇਬਸ ਹੁੰਦੇ, ਤੁਸੀਂ ਦੇਖ ਲੈਣਾ ਕਿ ਕਿਸ ਤਰ੍ਹਾਂ ਉਹਨੂੰ ਫੋਲੋ ਕੀਤਾ ਜਾਂਦਾ ਹੈ, ਠੀਕ ਹੈ, ਇੰਨਾ ਹੀ ਸਿਰਫ ਯਾਦ ਰੱਖੋ। ਉਸ ਤੋਂ ਬਾਅਦ ਆਉਂਦਾ ਹੈ, ਇਹਨੂੰ ਹਾਈਕੂ ਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਸੀ ਐਜ਼ਰਾ ਪਾਉਂਟ ਨੇ। ਇਹਨਾਂ ਦੀ ਤੁਸੀਂ ਇਹ ਕੁਐਸਚਨਸ ਵੀ ਪੁੱਛੇ ਗਏ ਨੇ ਕਈ ਐਗਜ਼ਾਮਸ ਦੇ ਵਿੱਚ, ਇਹ ਤਾਂ ਮੈਂ ਤੁਹਾਨੂੰ ਕਰਾ ਰਹੀ ਹਾਂ। ਅੱਛਾ, ਆਪਣੇ ਪੇਪਰ ਦੇ ਵਿੱਚ ਇੱਕ ਟਰਮ ਆਈ ਸੀ, ਆਪਾਂ ਪੇਪਰ ਜਦੋਂ ਡਿਸਕਸ ਕਰਾਂਗੇ ਜਾਂ ਫਿਰ ਕੁਝ ਟਰਮਸ ਮੈਂ ਤੁਹਾਡੇ ਲਈ ਹੋਰ ਲੈ ਕੇ ਆਉਂਗੀ, ਉਦੋਂ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਆਉਂਦੀ ਹੈ ਐਕਟੋਸਟਿਕ ਪੋਇਟਰੀ। ਐਕਟੋਸਟਿਕ ਪੋਇਟਰੀ ਦਾ ਮਤਲਬ ਹੈ ਫਸਟ ਲਾਈਨ ਜਿਹੜੀ ਹੈ ਉਹੀ ਜਿਹੜਾ ਫਸਟ ਵਰਡ ਹੈ ਕਿਸੇ ਪੂਰੀ ਪੋਇਮ ਦਾ, ਸਪੋਜ਼ ਕਰ ਲਓ ਉਹਦਾ ਟਾਈਟਲ ਹੋ ਗਿਆ। ਜਿਵੇਂ ਕਿ ਮੰਨ ਲਓ ਤੁਸੀਂ ਕਹਿ ਦਿੰਦੇ ਹੋ ਕਿ ਮੈਥ, ਹੁਣ ਮੈਥਮੈਟਿਕ ਦੀ ਕਈਆਂ ਲੋਕਾਂ ਨੇ ਫੁੱਲ ਫਾਰਮ ਬਣਾਈ ਹੋਈ ਨਾ, ਕਿ ਐਮ ਦੀ ਏ ਮੈਂਟਲ ਫੋਰ ਐਗਜ਼ਾਮਪਲ, ਏ ਦੀ ਅਰਥਮੈਟਿਕ ਹੈ ਨਾ, ਟੀ ਦੀ ਟ੍ਰਿਗਨੋਮੈਟਿਕ। ਮਤਲਬ ਮੈਂ ਆਪਣੇ ਵੱਲੋਂ ਦੱਸ ਰਹੀ ਹਾਂ ਕਿ ਤੁਸੀਂ ਇਸ ਤਰ੍ਹਾਂ ਕਿਸੇ ਅੱਖਰ ਦੇ, ਜਿਵੇਂ ਕਿ ਪੋਇਮ MATH ਸਪੋਜ਼, ਤੁਸੀਂ ਇਹਦਾ ਮਤਲਬ ਕੀ, ਇਹਦੇ ਅੱਗੇ ਹੋਰ ਮਤਲਬ ਹੋਏਗਾ। ਇਹ ਇੱਕ ਇਕਰੋਨਿਮ ਹੈ ਔਰ ਇਹਦੇ ਅੱਗੇ ਆਪਾਂ ਇਹਨਾਂ ਦੇ ਮੀਨਿੰਗ ਇਲੈਬੋਰੇਟ ਕੀਤੇ ਹੋਏ ਨੇ, ਠੀਕ ਹੈ। ਫਸਟ ਲਾਈਨ ਜਿਹੜੀ ਹਰ ਪੋਇਮ ਦੀ ਹੈ ਉਹਦਾ ਇੱਕ ਅਲੱਗ ਹੀ ਮਤਲਬ ਕੱਢਦੀ ਹੈ, ਇਸ ਤਰ੍ਹਾਂ। ਸੋ ਹੀਰੋਇਕ ਕਪਲੇਟ ਦੇ ਵਿੱਚ ਹੀਰੋ, ਠੀਕ ਹੈ, ਔਰ ਇਹਨੂੰ ਸਭ ਤੋਂ ਜ਼ਿਆਦਾ ਫੇਮਸ ਕੀਤਾ ਸੀ ਚੌਸਰ ਨੇ ਇਹਨੂੰ ਬਹੁਤ ਯੂਜ਼ ਕੀਤਾ ਆਪਣੀ ਵਰਕਸ ਦੇ ਵਿੱਚ। ਔਰ ਉਸ ਤੋਂ ਬਾਅਦ ਆਉਂਦਾ ਹੈ ਲਿਰਿਕ ਪੋਇਮ ਦੇ ਵਿੱਚ ਇੱਕ ਰਿਦਮ ਹੁੰਦਾ ਹੈ, ਠੀਕ ਹੈ। ਔਰ ਸੋਨੇਟ ਤੁਸੀਂ ਪੂਰੇ ਇਲੈਬੋਰੇਟ ਕਰਕੇ ਆਪਾਂ ਪੜ੍ਹਨੇ ਨੇ। ਸੋਨੇਟ ਦਾ ਕੀ ਹੈ, ਸੋਨੇਟ ਜਿਹੜੇ ਨੇ ਆਪਣੇ ਕੋਲ ਇੱਕ ਹੈ ਸ਼ੇਕਸਪੀਅਰਨ ਸੋਨੇਟ, ਠੀਕ ਹੈ ਨਾ, ਸ਼ੇਕਸਪੀਅਰ ਦਾ ਸੋਨੇਟ ਹੈ। ਇੱਕ ਹੈ ਆਪਣੇ ਕੋਲ ਪੈਟਰਾਰਕ, ਠੀਕ ਹੈ, ਪੈਟਰਾਰਕੀ ਸੋਨੇਟ। ਔਰ ਇੱਕ ਆਪਣੇ ਕੋਲ ਹੈ ਸਪੈਂਸੇਰੀਅਨ, ਠੀਕ ਹੈ। ਇਹ 3 ਤਰ੍ਹਾਂ ਦੇ ਆਪਣੇ ਕੋਲ ਸੋਨੇਟ ਨੇ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਕਿ ਪੈਟਰਾਰਕ ਜਿਹੜੇ ਨੇ ਇਹਨੂੰ ਜਿਹੜਾ ਹੈ ਇੰਗਲਿਸ਼ ਦੇ ਵਿੱਚ ਲੈ ਕੇ ਆਏ ਸੀ। ਅੱਛਾ, ਸ਼ੇਕਸਪੀਅਰਨ ਸੋਨੇਟ ਦੀ ਕੀ ਹੁੰਦੀ ਹੈ ਆਪਣੀ A B ਹੈ ਨਾ, ਔਰ C D E F G। ਮਤਲਬ ਕਿ ਮੈਂ ਦੁਬਾਰਾ ਲਿਖ ਦਿੰਦੀ ਹਾਂ ਇੱਥੇ, ਸ਼ੇਕਸਪੀਅਰ ਦੀ ਕੀ ਹੈ, ਸ਼ੇਕਸਪੀਅਰ ਦਾ ਜਿਹੜਾ ਹੈ ਆਪਣਾ ਸੋਨੇਟ ਦਾ ਸਟਾਈਲ ਹੁੰਦਾ ਹੈ, ਉਹਦੇ ਵਿੱਚ A B C D E F ਔਰ G, ਠੀਕ ਹੈ, ਇਸ ਤਰ੍ਹਾਂ ਹੁੰਦਾ ਹੈ। ਲੇਕਿਨ ਜਿਹੜਾ ਹੈ ਆਪਣਾ ਸਪੈਂਸਰ ਦਾ ਕੀ ਹੁੰਦਾ ਹੈ, ਸਪੈਂਸਰ ਨੇ ਸੈਂਡਵਿਚ ਕਾਈਂਡ ਆਫ ਜਿਹੜੀ ਹੈ ਆਪਣੀ ਯੂਜ਼ ਕੀਤੀ। ਫੋਰ ਐਗਜ਼ਾਮਪਲ ਦੇਖੋ A B, ਹੁਣ ਉਹਨਾਂ ਨੇ ਕੀ ਕੀਤਾ B C, ਠੀਕ ਹੈ, C D ਇਸ ਤਰ੍ਹਾਂ ਕਰਕੇ। ਔਰ